गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक लिखत है श्री गुरु हरगोबिंद साहब जी महाराज दे जीवन प्रसंग। आओ उसका अगला हिस्सा श्रवण करने की कोशिश करिए जी। 40वां है माई भाग परी। ये प्रसंग थोड़ा लंबा होने कारण इसे इक्के प्रसंग नूं दो हिस्सों में पढ़ने की कोशिश करांगे जी। आओ प्यार नाल सरवण करने की कोशिश करिए जी। कह नानक गुर प्रसादी जिना लिव लागी तिनी विचे माया पाया। भाग भरी अपने आप नाल। मेरे बच्चे नूं की हो गया, क्या चंगा हुंदा सी, राह जांदे नाल प्यार करदा सी, जणे खणे नूं हसांदा सी, हस हस ते हसा हसा के ढेडी पीड़ां पांदा सी। गली मुहल्ला सारे प्रसन्न मुख प्रसन्न बदन आखदे हुंदे सन। हुण ना किसे नाल बोलदा है, ना चालदा है, ना हसदा है, ना खेड़दा है। अजे कुक्कड़ बांग नहीं देंदे कि खुंब वांग उठ बैठदा है। ठंडे ठार पानी नाल नहा के चौकड़ी मार के बह जांदा है। सारा दिन ना बोलदा है, ना चालदा है। बुल फड़कदे दिसदे हन पर सुणींदा कुछ नहीं। मत्था ते अखां कुछ टिकवीं उदासी वाले दिसदे हन। अगों कदे गुस्से भी हो पैंदा सी, हुण गड्डे पए लंघण मुस्करा छड़दा है। काम काज ते जांदा है पर अगे वांगू खुब के कम करदा नहीं दिसदा। वोटी भी आखदी है कि सुभाਅ होर वे ते वखरा वखरा हो गया है। बालां नाल भी ਉਹ ਲਾਡੀਆਂ नहीं करदा जो कदे करदा हुंदा सी। तंग भी किसे नूं नहीं करदा पर भिजदा भी किसे नाल नहीं। हे भगवान, मेरे बच्चे नूं की हो गया है। तीरथ परसन गया, सारियां खुशियां ही किते डोब आया है। मैं हुण बिरध सां, पुੱਤ ਦੇ ਚਾਉ ਮਲਾਰਾਂ ਦੇ ਆਸਰੇ ਮੇਰੇ ਦਿਨ ਲੰਘਣੇ ਸਨ। ਪਰ ਪੁੱਤ ਤਾਂ ਪਤਾ ਨਹੀਂ ਕਿੱਥੋਂ ਦਾ ਰੋਗ ਸਹੇੜ ਲਿਆਇਆ ਹੈ। ਮੈਂ ਕਿਵੇਂ ਕਰਾਂ, ਆਪ ਪੁੱਛ ਨਾ ਲਵਾਂ। ਨੂੰ ਆਖਦੀ ਹੈ ਨਾ ਪੁੱਛੋ, ਕਿਤੇ ਗੁੱਸੇ ਨਾ ਹੋ ਪੈਣ ਜਾਂ ਕਿਤੇ ਘਰੋਂ ਹੀ ਨਾ ਟੁਰ ਪੈਣ। ਪਰ ਮੇਰਾ ਦਿਲ ਨਹੀਂ ਮੰਨਦਾ। ਸੇਵਾ ਦਾਸ ਇੰਨਾ ਨਿਰਦਈ ਕਿੱਥੋਂ ਆਉਣ ਲੱਗਾ ਹੈ ਕਿ ਆਪਣੀ ਮਾਂ ਨਾਲ, ਜਿਸ ਨਾਲ ਸਾਰੀ ਉਮਰ ਅਟੁੱਟ ਪਿਆਰ ਕਰਦਾ ਰਿਹਾ ਹੈ, ਕਦੇ ਇੰਨਾ ਬਿਰਮੋਹਾ ਹੋ ਜਾਏ ਕਿ ਘਰੋਂ ਉੱਠੀ ਟੁਰੇ। ਨਹੀਂ ਨਹੀਂ, ਕਦੇ ਨਹੀਂ। ਅੱਜ ਮੈਂ ਜ਼ਰੂਰ ਪੁੱਛਣਾ ਹੈ। ਉਸ ਦੇ ਮੂੰਹ ਤੋਂ ਚੁੱਪ ਦੀ ਮੋਹਰ ਤੋੜਨੀ ਹੈ ਤੇ ਦਿਲ ਦੀ ਲੈਣੀ ਹੈ। ਕੋਈ ਸਾਨੂੰ ਸੋਝਲਾ ਤਾਂ ਪਵੇ ਕਿ ਬੱਚੇ ਦੇ ਅੰਦਰ ਕੀ ਵਰਤ ਰਹੀ ਹੈ। ਕਿਤੇ ਕੋਈ ਪੀੜਾ ਹੀ ਨਾ ਹੋਵੇ ਜੋ ਸਾਨੂੰ ਦੁੱਖ ਤੋਂ ਬਚਾਉਣ ਦਾ ਮਾਰਿਆ ਨਾ ਦੱਸਦਾ ਹੋਵੇ। ਮਾਈ ਇਹਨਾਂ ਸੋਚਾਂ ਵਿੱਚ ਬੈਠੀ ਸੀ ਕਿ ਸੇਵਾਦਾਸ ਜੀ ਆ ਗਏ ਤੇ ਮਾਤਾ ਜੀ ਨੂੰ ਸਿਰ ਨਿਵਾ ਕੇ ਆਪਣੇ ਆਸਣ ਤੇ ਜਾ ਬੈਠੇ। ਮਾਈ ਵੀ ਸਹਿਜੇ ਸਹਿਜੇ ਕੋਲ ਜਾ ਬੈਠੀ ਤੇ ਬੋਲੀ, ਮੈਂ ਵਾਰੀ, ਮੈਂ ਸਦਕੇ ਲਾਲ ਜੀ, ਰਾਜ਼ੀ ਹੋ, ਚਿੱਤ ਚੰਗਾ ਹੈ। ਸੇਵਾਦਾਸ, ਹਾਂ ਮਾਂ ਜੀ। ਮਾਤਾ, ਬੱਚਾ ਅੱਜ ਸਵਖਤੇ ਆ ਗਏ ਹੋ। ਸੇਵਾਦਾਸ, ਅੱਜ ਕੰਮ ਮੁੱਕ ਗਿਆ ਸੀ। ਮਾਤਾ, ਕੁਝ ਓਪਰੇ ਓਪਰੇ ਰਹਿੰਦੇ ਹੋ, ਚਿੱਤ ਵਿੱਚ ਕੋਈ ਖੇਚਲ ਜਾਂ ਸਰੀਰ ਨੂੰ ਕੋਈ ਔਖ ਤਾਂ ਨਹੀਂ। ਸੇਵਾਦਾਸ ਅਚਰਜ ਜਿਹਾ ਹੋ ਕੇ ਫਿਰ ਮੁਸਕਰਾ ਕੇ, ਨਹੀਂ ਮਾਂ ਜੀ। ਮਾਤਾ, ਮੈਂ ਸਦਕੇ ਲਾਲ, ਮੇਰੀ ਖੜ ਪੁੱਜੀ ਪਈ ਹੈ। ਕੋਈ ਦਿਨਾਂ ਦੀ ਖੇਡ ਹੈ। ਤੁਸੀਂ ਜਾਣਦੇ ਹੋ ਬੁੱਢਿਆਂ ਦੇ ਦਿਲ ਹੌਲੇ ਹੋ ਜਾਂਦੇ ਹਨ। ਆਪਣੇ ਸਦਾ ਖਿੜੇ ਸੁਭਾਅ ਮੁਜਬ ਹੱਸਦੇ ਖੇਡਦੇ ਦਿਸਦੇ ਰਿਹਾ ਕਰੋ ਤਾਂ ਮੇਰਾ ਸਮਾਂ ਖੁਸ਼ੀ ਖੁਸ਼ੀ ਬੀਤਦਾ ਹੈ। ਜੇ ਤੁਸੀਂ ਉਦਾਸ ਦਿਸਦੇ ਹੋ, ਮੈਂ ਉਧਰ ਜਾਂਦੀ ਹਾਂ। ਤੁਹਾਡੇ ਚੰਦ ਮੁਖ ਤੇ ਬਦਲਵੀਂ ਵੇਖ ਕੇ ਮਾਂ ਸਹਿਮ ਜਾਂਦੀ ਹੈ। ਸੇਵਾਦਾਸ, ਕਿਉਂ ਮਾਂ ਜੀ, ਮੈਂ ਦੁਖੀ ਨਹੀਂ, ਮੈਂ ਉਦਾਸ ਨਹੀਂ। ਮਾਤਾ,
ਫਿਰ ਨਾ ਉਸ ਤਰ੍ਹਾਂ ਹੱਸਦੇ ਹੋ, ਨਾ ਖੇਲਦੇ ਹੋ, ਨਾ ਖਿੜਦੇ ਹੋ, ਨਾ ਸਾਉਂਦੇ ਹੋ, ਨਾ ਗੱਲਾਂ ਕਥਾਂ ਨਾਲ ਪਰਚਾਉਂਦੇ ਹੋ। ਚੁੱਪ ਬੋਲਾਂ ਤੇ ਬਹਿ ਗਈ ਹੈ। ਤਕਣੀ ਵਿੱਚ ਕੋਈ ਟਿਕਾਓ ਟਿਕ ਗਿਆ ਹੈ। ਮੱਥੇ ਤੇ ਕੋਈ ਚਾਦਰ ਵਿਛ ਰਹੀ ਹੈ। ਉਹ ਪਿਆਰ ਵਾਲੀ ਮੁਸਕਰਾਹਟ, ਉਹ ਜਿਉਂਦੀ ਜਿਉਂਦੀ ਅੱਖਾਂ ਦੀ ਸਲੋਨੀ ਹਿਲਾਵਟ, ਉਹ ਮੱਥੇ ਤੇ ਖੇੜਿਆਂ ਦਾ ਖਿੜਖਿੜ ਪੈਣਾ ਨਹੀਂ ਦੀਦਾ। ਅਸਾਂ ਨਾਲ ਪਿਆਰ ਨਹੀਂ ਕਰਦੇ ਹੋ। ਵੋਟੀ ਨਾਲ ਕੋਈ ਬੇਮਲੂਮੀ ਵਿੱਥ ਹੈ। ਬਾਲਾਂ ਨਾਲ ਓਪਰਾਪਨ ਹੈ। ਕਾਰ ਵਿਹਾਰ ਵਿੱਚ ਕੁਛ ਉਚਾਟ ਲਗਨ ਹੈ। ਇਹ ਸਾਰਾ ਵਟਾਓ ਸਟਾਓ ਸਾਡੇ ਕਲੇਜੇ ਕੱਢ ਰਿਹਾ ਹੈ ਤੇ ਦਿਲਗੀਰੀ ਦੇ ਹੱਥ ਦਿਲ ਦੀਆਂ ਵਾਗਾਂ ਸੌਂਪ ਰਿਹਾ ਹੈ। ਸੇਵਾਦਾਸ ਠੰਡਾ ਸਾਹ ਲੈ ਕੇ, ਮਾਂ ਜੀ ਕੀ ਦੱਸਾਂ, ਮੈਨੂੰ ਕੋਈ ਔਹਰ ਨਹੀਂ, ਕੋਈ ਦਿਲਗੀਰੀ ਨਹੀਂ। ਤੁਸੀਂ ਕੋਈ ਤੋਖਲਾ ਨਾ ਕਰੋ। ਤੋਖਲੇ ਵਾਲੀ ਗੱਲ ਰੱਤੀ ਨਹੀਂ। ਮਾਤਾ ਸ਼ੁਕਰ ਹੈ ਕਿ ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ, ਪਰ ਪੁੱਤਰ ਮਾਂ ਸਦਕੇ ਇਹ ਖੇੜੇ ਵਾਲਾ ਸੁਭਾਅ ਚੁੱਪ ਕਿਉਂ ਖਾ ਗਿਆ ਹੈ। ਸੇਵਾਦਾਸ ਕੀ ਦੱਸਾਂ ਮਾਂ, ਵੇਲਾ ਧਿਆਨ ਹੋਵੇ ਤਾਂ ਦਿਲ ਵੇਹਲੀਆਂ ਖੁਸ਼ੀਆਂ ਖੱਪਾਂ ਛੱਪਾਂ ਵਿੱਚ ਸਮਾਂ ਲੰਘਾਉਂਦਾ ਹੈ। ਧਿਆਨ ਕਿਤੇ ਰੁੱਝੇ ਤਾਂ ਫਿਰ ਜ਼ਰਾ ਰੁਝੇਵੇਂ ਨੇ ਆਪਣੀ ਵੱਲ ਰੱਖਣਾ ਹੋਇਆ। ਮਾਤਾ ਕੋਈ ਨਵਾਂ ਵਿਹਾਰ ਕਰ ਆਇਓ ਜਿਸ ਦਾ ਸਾਨੂੰ ਸਿਰ ਪੈਰ ਨਹੀਂ ਦਿਸਦਾ, ਕਿ ਕੋਈ ਹੋਰ ਨਵਾਂ ਕੰਮ ਕੀਤਾ ਨੇ ਜਿਸ ਨੇ ਧਿਆਨ ਐਸਾ ਖਿੱਚਿਆ ਹੈ ਕਿ ਮੈਨੂੰ ਮੈਨਾਵਤੀ ਦੇ ਸੁਪਨੇ ਖਾ ਲੱਥੇ ਹਨ। ਸੇਵਾਦਾਸ ਮੁਸਕਰਾ ਕੇ, ਵਿਹਾਰ ਤਾਂ ਨਹੀਂ ਕੀਤਾ, ਕੋਈ ਸੁੱਤੇ ਸੁੱਤੇ ਦੀ ਜਾਗ ਖੁੱਲ ਪਈ ਹੈ। ਮੈਂ ਕਿਸੇ ਜਾਗ ਵਿੱਚ ਰਹਿੰਦਾ ਹਾਂ। ਮਾਂ ਉਹ ਜਾਗ ਭਾਗ ਸੁਲੱਖੀ ਹੋਵੇ, ਪਰ ਕੁਝ ਸਾਨੂੰ ਵੀ ਦੱਸ ਨਾ ਕਿ ਉਸ ਜਾਗ ਨੇ ਸਾਡੇ ਵੱਲੋਂ ਮੂੰਹ ਕਿਉਂ ਚਾਹ ਕੱਤਿਆ ਹੈ। ਜੇ ਜੀਵਨ ਜੋਗਿਆਂ ਕੋਈ ਉਦਾਸੀ ਦੀ ਗੱਲ ਨਿਖੁੱਟੀ ਮਾਂ ਕੋਲੋਂ ਹੋਈ ਹੋਵੇ ਕਿ ਭਾਗਾਂ ਵਾਲੀ ਮੇਰੀ ਨੂੰਹ ਤੋਂ ਕੋਈ ਅਵਗਿਆ ਹੋ ਗਈ ਹੋਵੇ ਤਾਂ ਦੱਸ, ਤੈਨੂੰ ਕਿਹੀ ਜਾਗ ਆਈ। ਹੇ ਸ਼ਿਵ ਸੁਖ ਵਰਤਾਵੀਂ, ਮੇਰੀ ਅੰਤਲੀ ਉਮਰਾਂ ਨਾ ਖਰਾਬ ਹੋਵੇ। ਸੇਵਾਦਾਸ ਅੰਮਾ ਜੀ ਆਪ ਤੋਖਲਾ ਨਾ ਕਰੋ। ਨਾ ਆਪ ਵੱਲੋਂ ਨਾ ਆਪ ਦੀ ਨੂੰਹ ਵੱਲੋਂ ਮੈਨੂੰ ਕੋਈ ਠੋਕਰ ਲੱਗੀ ਹੈ। ਮੇਰੇ ਟੁਰੇ ਜਾਂਦੇ ਦਾ ਅਗੰਮੋਂ ਕੋਈ ਠੁੱਡਾ ਲੱਗ ਗਿਆ ਹੈ ਤੇ ਮੈਂ ਠੋਕਰ ਖਾ ਕੇ ਕਿਸੇ ਜਾਗ ਵਿੱਚ ਆ ਗਿਆ ਹਾਂ। ਮਾਂ ਕਿਹੀ ਜਾਗ? ਜਾਗ ਕਿਹੀ ਆ ਗਈ? ਗੋਪੀ ਚੰਦ ਵਾਲੀ ਜਾਗ ਤਾਂ ਨਹੀਂ? ਮੈਂ ਨਿਖੁੱਟੀ ਸਦਾ ਹੀ ਕਹਿੰਦੀ ਰਹਿੰਦੀ ਸਾਂ, ਬੱਚਾ ਭੱਲੇ ਰਾਹ ਟੁਰਨਾ, ਕਿਤੇ ਕੋਈ ਗੋਰਖ ਤਾਂ ਉਚਾਟ ਮੰਤਰ ਨਹੀਂ ਪੜਾ ਗਿਆ। ਸੇਵਾਦਾਸ ਜ਼ਰਾ ਮੁਸਕਰਾ ਕੇ, ਆਖਰ ਮਾਂ ਸਾਕ ਸਭ 4 ਦਿਨਾਂ ਦੇ ਹੀ ਹਨ, ਕਿਸੇ ਨਾਲ ਤਾਂ ਨਹੀਂ ਨਾ ਨਿਭਣਾ। ਮਾਂ ਮੈਂ ਮੋਈ, ਹਾਏ ਮੈਂ ਤਤਣੀ ਨੇ ਲਾਲ ਨੂੰ ਕਿਉਂ ਤੀਰਥੀ ਟੋਰਿਆ। ਕੌਣ ਕੋਈ ਸਿਰ ਬੂਟੀਆਂ ਧੋਣਨ ਵਾਲਾ ਲਾਲ ਨੂੰ ਮਿਲ ਪਿਆ ਜੋ ਅੱਜ ਸਾਖ ਝੂਠੇ ਹੋ ਗਏ। ਬੱਚਾ ਜੰਮਣ ਵਾਲੀ, ਦੁੱਖ ਦਰਦਾਂ ਸਹਿ ਕੇ ਪਾਲਣ ਵਾਲੀ, ਸੋਹਾਂ ਸੁਣ ਕੇ ਮੁਖੜਾ ਦੇਖ ਕੇ ਜੀਉਣ ਵਾਲੀ ਵੀ ਕੂੜੀ ਹੋ ਗਈ। ਮੈਂ ਤਾਂ ਕਦੇ ਪਦਾਰਥ ਨਹੀਂ ਮੰਗਿਆ, ਕਦੇ ਗਊ ਨਹੀਂ ਆਖੀ। ਮੈਂ ਤਾਂ ਵੇਖ ਵੇਖ ਠਰਦੀ ਹਾਂ, ਮੇਰਾ ਵੀ ਮੋਹ ਕੂੜਾ ਹੈ। ਹਾਏ ਮੇਰੀਆਂ ਲਿਖੀਆਂ, ਲਾਲ ਜੀ ਮੇਰੇ ਤਾਂ ਕੋਈ ਦਿਨ ਬਾਕੀ ਹਨ, ਇਹ ਨਾ ਕੋੜੇ ਕਰ ਦੇਣੇ। ਰੋ ਪਈ। ਸੇਵਾਦਾਸ ਗੰਭੀਰ ਸੁਰ ਵਿੱਚ, ਮਾਂ ਜੀ ਮੈਂ ਕਿਹਾ ਹੈ ਤੋਖਲਾ ਨਾ ਕਰੋ। ਮੈਂ ਜੋਗੀ ਨਹੀਂ ਬਣਨ ਲੱਗਾ, ਕੱਪੜੇ ਨਹੀਂ ਰੰਗਣ ਲੱਗਾ, ਘਰੋਂ ਨਸ ਨਹੀਂ ਜਾਣ ਲੱਗਾ। ਤੁਸੀਂ ਜੇਰਾ ਕਰੋ, ਉਦਾਸੀ ਮੇਰੀ ਵੀ ਮੇਰੀ ਉਦਾਸੀ ਹੈ, ਇਸ ਦਾ ਵੀ ਫਿਕਰ ਨਾ ਕਰੋ। ਮੈਂ ਅੰਦਰੋਂ ਉਦਾਸ ਨਹੀਂ ਹਾਂ। ਮਾਂ ਕਣ ਤੇ ਹੱਥ ਫੇਰ ਕੇ, ਜੁਗਾ ਜੀਏ ਵੇ ਲਾਲ, ਸ਼ੁਕਰ ਹੈ ਤੂੰ ਘਰੋਂ ਨਹੀਂ ਜਾਏਗਾ, ਸ਼ੁਕਰ ਹੈ। ਪਰ ਮੇਰਾ ਮਨ ਚੰਦਰਾ ਅਜੇ ਵੀ ਥਾਵੇਂ ਨਹੀਂ ਆਉਂਦਾ। ਕੁਛ ਤਾਂ ਚਾਨਣਾ ਪਾ, ਕੁਛ ਤਾਂ ਗੰਢ ਖੋਲ, ਕੁਛ ਤਾਂ ਚੁੱਪ ਦੀ ਮੋਹਰ ਤੋੜ। ਮੈਨੂੰ ਇੰਨਾ ਪਤਾ ਲੱਗ ਜਾਏ ਕਿ ਤੇਰੇ ਅੰਦਰ ਕੀ ਵਰਤ ਰਹੀ ਹੈ। ਸੇਵਾਦਾਸ ਅੰਮਾ ਮੇਰੇ ਅੰਦਰ ਇਹ ਵਰਤ ਰਹੀ ਹੈ
ਕਿ ਮੈਂ ਉਮਰਾਂ ਵਿਅਰਥ ਗਵਾਈ। ਇਹ ਤਾਂ ਹੈ ਉਦਾਸੀ। ਅੱਛਾ ਜੋ ਗਈ ਸੋ ਗਈ, ਬੀਤੀ ਹੁਣ ਸੰਭਲੀਏ। ਇਹ ਤਾਂ ਹੈ ਮੇਰੇ ਅੰਦਰ ਇੱਕ ਯਤਨ, ਇਹ ਮਿਹਨਤ ਦੀ ਵਿਚਾਰ ਜੋ ਮੈਨੂੰ ਪਛਤਾਵੇ ਤੋਂ ਸਾਬਣ ਦਾ ਕੰਮ ਤਾਂ ਲੈਣ ਦੇਂਦੀ ਹੈ, ਪਰ ਰੁੜ ਜਾਣ ਦਾ ਨੁਕਸਾਨ ਨਹੀਂ ਉਠਾਉਣ ਦੇਂਦੀ। ਫਿਰ ਮੈਂ ਜਿਸ ਤਰ੍ਹਾਂ ਸਮਝਦਾ ਹਾਂ ਕਿ ਉਮਰਾਂ ਸਫਲ ਐਉਂ ਹੈ, ਉਹ ਕਰਨ ਦਾ ਯਤਨ ਮੇਰੇ ਮਨ ਵਿੱਚ ਇੱਕ ਟਿਕਾਓ ਤੇ ਇੱਕ ਠਰਮੇ ਦਾ ਸਵਾਦ ਜਿਹਾ ਪੈਦਾ ਕਰਦਾ ਹੈ। ਮਾਂ ਜੀ ਇਹ ਵਰਤਦੀ ਹੈ ਮੇਰੇ ਅੰਦਰ। ਮਾਂ ਤੇ ਲਾਲ ਜੀ, ਸਾਨੂੰ ਤੁਸੀਂ ਸਹਿਮੇ ਹੋਏ ਦਿਸਦੇ ਹੋ। ਸੇਵਾਦਾਸ, ਦਿਸਣਾ ਤਾਂ ਹੋਇਆ, ਮੈਨੂੰ ਐਵੇਂ ਬੀਤ ਗਈ ਦਾ ਅਰਮਾਨ ਅਜੇ ਸ਼ਾਂਤ ਨਹੀਂ ਨਾ ਹੋਇਆ, ਹੋ ਜਾਏਗਾ। ਮਾਂ, ਤੇ ਫਿਰ ਜੋ ਕੁਛ ਲੱਭਾ ਹੈ ਸੋ ਪੱਕ ਤੈਨੂੰ ਸਾਥੋਂ ਨਹੀਂ ਵਿਛੋੜੇਗਾ। ਪੱਕ ਦੇਖ ਨਿੱਕੇ ਨਿੱਕੇ ਬਾਲਾਂ ਵੱਲ, ਦੇਖ ਬੁੱਢੀ ਮਾਂ ਵੱਲ, ਤੇ ਦੇਖ ਮਾਂ ਪਿਓ ਛੱਡ ਆਈ ਤੇਰੇ ਲੜ ਲੱਗੀ, ਤੇਰੇ ਜੋਗੀ ਹੋ ਰਹੀ ਆਪਣੀ ਅਪਨਾਈ ਵੱਲ, ਤੇ ਤਰਸ ਕਰੀ ਸਭਨਾ ਤੇ ਲਾਲ, ਕੰਡ ਨਾ ਦਿਖਾਈ, ਅਸੀਂ ਜੋ ਕਹਾਂਗੇ ਕਰਾਂਗੇ। ਸੇਵਾਦਾਸ ਮੁਸਕਰਾ ਕੇ ਤੇ ਫਿਰ ਉਦਾਸ ਹੋ ਕੇ, ਮਾਂ ਜੀ ਤੋਖਲਾ ਨਾ ਕਰੋ, ਮੈਂ ਤਿਆਗੀ ਨਹੀਂ ਹੋਣਾ, ਮੈਂ ਤਾਂ ਮਨ ਦਾ ਤਿਆਗ ਸਿੱਖਣਾ ਹੈ। ਸਰੀਰ ਦੇ ਤਿਆਗੀ ਅੱਗੇ ਥੋੜੇ ਹਨ, ਤੁਸੀਂ ਰੱਤੀ ਤੋਖਲਾ ਨਾ ਕਰੋ। ਮਾਂ, ਜੀਓ ਸਦਕੇ ਤੇਰੀ ਮਿੱਠੀ ਜੀਭ ਤੋਂ ਤੇ ਸਚਿਆਰ ਜੀਭ ਤੋਂ। ਪਰ ਪੁੱਤ, ਮਾਂ ਦੀਆਂ ਆਂਦਰਾਂ ਕਮਲੀਆਂ ਹੁੰਦੀਆਂ ਹਨ। ਧੀਰਜ ਬਚ ਕੇ ਮੈਂ ਕਲਵਲ ਹੋ ਜਾਂਦੀ ਹਾਂ। ਜ਼ਰਾ ਵਧੇਰੇ ਹਾਲ ਦੱਸ, ਕਿਵੇਂ ਹੋਈ ਇਹ ਜਾਗ, ਕਿਵੇਂ ਆਈ, ਕਿਸ ਭਾਗ ਸੁਲੱਖੇ ਕੋਲੋਂ ਆਈ, ਤੇ ਕਿਵੇਂ ਇਹ ਟੁਰੀ ਰਹੇਗੀ, ਤੇ ਗ੍ਰਸਤ ਵਿੱਚ ਰਹਿ ਕੇ ਜੋ ਕਿਵੇਂ ਕਮਾਓਗੇ, ਅੱਗੇ ਤਾਂ ਕਦੀ ਨਹੀਂ ਐਸੀ ਹੋਈ। ਸੇਵਾਦਾਸ, ਮਾਂ ਜੀ ਮੈਂ ਤੁਹਾਡੇ ਮੂੰਹ ਨੂੰ ਤੇ ਸਾਡੀ ਸੁਖਦਾਈ ਮਮਤਾ ਨੂੰ ਸਮਝਦਾ ਹਾਂ, ਪਰ ਅਮੀਏ ਕੀ ਦੱਸਾਂ, ਜਦੋਂ ਮਿਹਰ ਆਉਂਦੀ ਹੈ ਬਹਾਨਾ ਬਣ ਜਾਂਦਾ ਹੈ। ਤੀਰਥ ਯਾਤਰਾ ਕਰਦਿਆਂ ਮੈਨੂੰ ਸੋਹ ਪਈ ਕਿ ਕੋਈ ਨਵਾਂ ਤੀਰਥ ਪ੍ਰਗਟ ਹੋਇਆ ਹੈ, ਤੇ ਉਹ ਸਾਡੀ 5 ਪਾਣੀਆਂ ਦੀ ਧਰਤੀ ਵਿੱਚ ਹੈ। ਮੈਂ ਕਿਹਾ ਚੰਗਾ, ਦਰਸ਼ਨ ਕਰਾਂਗੇ। ਕਿਸੇ ਟਿਕਾਣੇ ਸਫ਼ਰ ਵਿੱਚ ਮੈਂ ਕਿਸੇ ਸਿਪਾਹੀ ਬਾਣੇ ਵਾਲੇ ਆਦਮੀ ਨੂੰ ਕੁਝ ਪੜ੍ਹਦਿਆਂ ਡਿੱਠਾ ਤੇ ਮਖੌਲ ਕੀਤਾ। ਮਖੌਲ ਕਰਨਾ ਸੀ ਕਿ ਉਹ ਮੇਰੇ ਗਲ ਪੈ ਗਿਆ। ਮੈਂ ਆਖਾਂ ਸਿਪਾਹੀ ਕੀ ਤੇ ਜੋਗ ਕੀ, ਤੇ ਉਹ ਕਹੇ ਉਹ ਜੋਗ ਕਾਦਾ ਜੋ ਹਰ ਕੋਈ ਨਾ ਕਰ ਸਕੇ। ਸਿਪਾਹੀ ਕੀ ਤੇ ਵਿਹਾਰੀ ਕੀ, ਧੋਬੀ ਕੀ ਤੇ ਬਾਣੀਆਂ ਕੀ, ਤਿਆਗੀ ਕੀ ਤੇ ਗ੍ਰਸਤੀ ਕੀ। ਜੋਗ ਉਹ ਜੋ ਸਭ ਨੂੰ ਜੋਗੀ ਬਣਾ ਕੱਢੇ। ਜੇ ਜੋਗ ਨੇ ਹਰ ਕਿਸੇ ਲਈ ਨਹੀਂ ਹੋਣਾ ਤਾਂ ਉਹ ਕਾਦਾ ਜੋਗ। ਤੂੰ ਜਾਣਨੀ ਏ ਮੇਰਾ ਜੁਗਤੀ ਸੁਭਾਅ, ਮੈਂ ਕਰ ਬੈਠਾ ਸਾਂ ਮਖੌਲ, ਮੈਨੂੰ ਲੈਣੇ ਦੇ ਦੇਣੇ ਪੈ ਗਏ। ਉਸ ਤਲਵਰੀਏ ਨੇ ਉਹ ਗਿਆਨ ਦੇ ਵਾਕ ਦਿੱਤੇ ਕਿ ਮੈਂ ਹਾਰ ਗਿਆ ਤੇ ਹਾਰ ਮੰਨੀ, ਪਰ ਹਾਰ ਤੋਂ ਛੁਟਕਾਰਾ ਨਾ ਹੋਇਆ। ਮੇਰੇ ਅੰਦਰ ਖੋਹ ਲੱਗ ਗਈ ਕਿ ਇਸ ਤੋਂ ਉਹ ਭੇਦ ਮਿਲੇ ਜਿਸ ਨਾਲ ਗ੍ਰਹਿ ਵਿੱਚ ਜੋਗ ਮਿਲੇ। ਬਸ ਮਾਂ, ਮੈਂ ਸਿਰ ਜਾਦੂ ਧੂੜੇ ਹੋਏ ਵਾਂਗ ਪਿਆ ਮਗਰ ਫਿਰਾਂ। ਉਸਨੇ ਮੈਨੂੰ ਬੜਾ ਕੁਝ ਦੱਸਿਆ, ਪਰ ਆਖਿਆ ਕਿ ਜਦੋਂ ਘਰਾਂ ਨੂੰ ਮੁੜੇ ਪਹਾੜੀ ਚੜ੍ਹਨ ਤੋਂ ਪਹਿਲਾਂ ਰਾਵੀ ਬਿਆਸ ਦੇ ਵਿਚਕਾਰ ਅੰਮ੍ਰਿਤ ਤੀਰਥ ਤੇ ਜਾਵੀਂ। ਸੋ ਮਾਂ, ਮੈਂ ਮੁੜਦੀ ਵਾਰੀ ਉੱਥੇ ਗਿਆ। ਤੀਰਥ ਡਿੱਠਾ, ਸ਼ਾਹੀ ਸੜਕ ਤੋਂ ਕੋਹ ਸਵਾ ਕੋਹ ਤੇ ਹੈ। ਬੜਾ ਰਮਣੀਕ ਟਿਕਾਣਾ ਹੈ। ਤੀਰਥ ਕਾਦਾ, ਤੀਰਥ ਰਾਜ ਹੈ। ਦਰਸ਼ਨ ਕਰਕੇ ਬੜੀ ਠੰਡ ਪਈ। 8 ਪੈਰ ਕੀਰਤਨ ਹੁੰਦਾ ਹੈ। ਪਰਮੇਸ਼ਰ ਦਾ ਜਸ ਬੜੇ ਰਸੀਏ ਤੇ ਕਰਨੀ ਵਾਲੇ ਲੋਕ ਕਰਦੇ ਹਨ। ਜਲ ਦੇ ਵਿਚਕਾਰ ਮੰਦਰ ਖੜਾ ਹੈ। ਦਰਸ਼ਨ, ਰੋਸ਼ਨੀ, ਸ਼ੁਆ, ਚਰਜ ਹੈ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ 2 ਤੀਰਥ ਹਨ, ਇੱਕ ਇਹ ਤੀਰਥ ਤੇ ਇੱਕ ਤੀਰਥ ਵਾਲਾ ਆਪ। ਮਾਂ ਉਤਾਵਲੀ ਹੋ ਕੇ, ਕੋਈ ਜੋਗੀ, ਉਹ ਕੌਣ ਸੀ? ਸੇਵਾਦਾਸ, ਮਾਂ ਉਹ ਗ੍ਰਸਤੀ ਹੈ। ਮਾਂ, ਸ਼ੁਕਰ, ਹਾਂ ਫਿਰ ਕਿਵੇਂ ਹੋਈ? ਸੇਵਾਦਾਸ, ਪਤਾ ਲੱਗਾ ਕਿ ਇੱਕ ਤਾਂ ਇਹ ਤੀਰਥ ਹੈ ਤੇ ਇੱਕ ਤੀਰਥ ਰੂਪ ਇਸ ਤੀਰਥ ਦਾ ਵਾਲੀ ਹੈ।
ਉਸ ਦੇ ਦਰਸ਼ਨ ਹੋਣ ਦੀ ਆਸ ਲੱਗੀ। ਉਹ ਇੱਕ ਪਿੰਡ ਗਏ ਹੋਏ ਸੀ। ਉਡੀਕ ਵਿੱਚ ਮੈਂ ਠਹਿਰ ਗਿਆ। ਉਹ ਆਏ, ਸੱਚਮੁੱਚ ਆਏ। ਮੈਂ ਡਿੱਠੇ ਤੇ ਸੱਚੀ ਮੁੱਚੀ ਡਿੱਠੇ। ਹਾਂ ਮਾਂ, ਨੈਣ ਬੰਦ ਹੋ ਗਏ, ਕੁਝ ਅਥਰੂ ਟੱਠੇ। ਹਾਂ ਮਾਂ, ਮੈਂ ਡਿੱਠੇ, ਨੈਣਾਂ ਵਿੱਚ ਬਹਾ ਲਏ, ਨੈਣਾਂ ਤੋਂ ਅੰਦਰ ਲੰਘ ਗਏ। ਕਿਤੇ ਅੰਦਰ ਚਲੇ ਗਏ, ਕਿਤੇ ਜਾ ਕੇ ਬਹਿ ਗਏ। ਹੈਂ ਮਾਂ, ਤੱਕੋ ਨਾ ਟਿਕ ਗਏ, ਅੰਦਰ ਬਹਿ ਗਏ। ਫਿਰ ਮੈਂ ਨੈਣ ਖੋਲੇ ਤਾਂ ਮੇਰੇ ਸਾਹਮਣੇ ਖੜੇ ਸਨ ਤੇ ਤੀਰ ਮੇਰੇ ਸਿਰ ਨਾਲ ਲਾ ਰੱਖਿਆ ਸਾਨੇ। ਮੈਂ ਬੇਵੱਸਾ ਹੋ ਕੇ ਪੈਰਾਂ ਤੇ ਟਹਿ ਪਿਆ। ਮੇਰੇ ਨੈਣ ਬੰਦ ਹੋ ਗਏ ਤਾਂ ਕੀ ਵੇਖਾਂ, ਉਹ ਮੇਰੇ ਅੰਦਰ ਉਸੇ ਤਰ੍ਹਾਂ ਬਿਰਾਜੇ ਹਨ। ਫਿਰ ਮੇਰਾ ਜੀ ਨਾ ਕਰੇ ਅੱਖਾਂ ਖੋਲਾਂ। ਮੈਂ ਕਹਾਂ ਮਤੇ ਬਾਹਰ ਨਾ ਨਿਕਲ ਜਾਣ, ਪਰ ਕੁਝ ਚਿਰ ਮਗਰੋਂ ਮੇਰੇ ਸਿਰ ਤੇ ਪਿਆਰ ਮਿਲਿਆ। ਮੈਂ ਫਿਰ ਤੱਕਿਆ ਤਾਂ ਉਹ ਉਵੇਂ ਖੜੇ ਸਨ। ਨਹੀਂ, ਮੇਰੇ ਪਰ ਝੁਕ ਰਹੇ ਸਨ ਤੇ ਮੇਰੇ ਸਿਰ ਤੇ ਪਿਆਰ ਦੇ ਰਹੇ ਸਨ। ਮੈਂ ਜਾਤਾ ਮੇਰੇ ਅੰਦਰੋਂ ਨਿਕਲ ਆਏ। ਦੇਖਣ ਲਈ ਮੈਂ ਫਿਰ ਨੈਣ ਮੀਟੇ ਤਾਂ ਉਸੇ ਤਰ੍ਹਾਂ ਅੰਦਰ ਵਸ ਰਹੇ ਸਨ। ਮੈਂ ਫਿਰ ਬਾਹਰ ਤੱਕਿਆ ਤਾਂ ਕਿਰਪਾਲ ਮਿਹਰਾਂ ਕਰ ਰਹੇ ਸਨ। ਮੇਰੀ ਸਮਝੇ ਨਾ ਆਇਆ ਕਿ ਅੰਦਰ ਹਨ ਕਿ ਬਾਹਰ, ਕਿ ਨੈਣ ਮੀਟਿਆਂ ਅੰਦਰ ਲੰਘ ਜਾਂਦੇ ਹਨ, ਖੋਲਿਆਂ ਬਾਹਰ ਆ ਜਾਂਦੇ ਹਨ। ਮੈਂ ਬੌਰਾ ਜਿਹਾ ਹੋ ਗਿਆ। ਉਹ ਬੌਰਾ ਸਭ ਕੋਈ ਹੋਵੇ, ਤੂੰ ਹੋਵੇਂ, ਤੇਰਾ ਪਰਿਵਾਰ ਹੋਵੇ, ਉਹ ਬੌਰਾਪਨ ਹੋਸ਼ਾਂ ਤੋਂ ਸੋਹਣਾ ਹੈ। ਕੀ ਦੱਸਾਂ ਸਵਾਦ ਅੰਮਾ, ਰੋ ਕੇ। ਲੂੰ ਵਿੱਚ ਇੱਕ ਚਰਨਾਹਟ ਸੀ ਤੇ ਰਸ ਸੀ ਤੇ ਹਲਕਾਪਨ ਸੀ ਤੇ ਵਿੱਚ ਇੱਕ ਲਹਿਰ ਆਪੇ ਗੁੰਮ ਹੋਣ ਦੀ ਸੀ। ਖੈਰ, ਵੇਖੇ ਬਿਨਾਂ ਕੀ ਪਤਾ। ਜਦੋਂ ਮੈਨੂੰ ਉਸ ਤੀਰਾਂ ਵਾਲੇ ਨੇ ਪਿਆਰ ਦੇ ਕੇ ਰਸ ਵਿੱਚ ਰੰਗ ਲਿਆ ਤਾਂ ਕਿਹਾ, ਸਾਵਧਾਨ ਹੋ, ਨਿਹਾਲ ਸਿੱਖਾ ਨਿਹਾਲ, ਜਪ ਵਾਹਿਗੁਰੂ। ਤਾਂ ਮਾਂ, ਮੈਂ ਕੀ ਡਿੱਠਾ ਕਿ ਲੂੰ ਵਿੱਚ ਆਪੇ ਵਾਹਿਗੁਰੂ ਹੋ ਰਿਹਾ ਹੈ ਤੇ ਇੱਕ ਸਵਾਦ ਦੀ ਛੈਬਰ ਲੱਗ ਰਹੀ ਹੈ। ਮਾਂ, ਕੁਝ ਸਵਾਦ ਵਿੱਚ ਕੁਝ ਘਬਰਾ ਕੇ ਤੇ ਬੱਚਾ ਸਦਾ ਸ਼ਿਵ ਛੱਡ ਆਇਓ। ਸੇਵਾਦਾਸ, ਨਾ ਮਾਂ, ਲੈ ਆਇਆ। ਸਦਾ ਕਲਿਆਣ ਰੂਪ ਹੈ ਜਿਹੜਾ ਉਹ ਵਸ ਗਿਆ ਲੂੰ ਵਿੱਚ। ਉਹ ਧਸ ਗਿਆ ਅੰਦਰਲੇ ਦੇ ਅੰਦਰ। ਮੈਂ ਛੱਡ ਕਿਉਂ ਆਇਆ? ਹਾਂ, ਇੱਕ ਨਿਰਜਿੰਦ ਵਹਿਮ ਆਪੇ ਨੂੰ ਝਮੋੜਿਆ ਹੋਇਆ ਸੀ, ਉਹ ਜ਼ਰੂਰ ਟਹਿ ਪਿਆ। ਮਨ ਦੇ ਖਿਆਲ ਹਨ, ਵਹਿਮ ਹਨ। ਮਨ ਦੇ ਸਾਜੇ ਦੇਵ ਮਨ ਦਾ ਆਪਣਾ ਰੂਪ ਹਨ, ਪਰ ਜੋ ਸੱਚੀ ਮੁੱਚੀ ਦਾ ਹੈ ਉਹ ਜੀਵਦਾ ਹੈ, ਜਾਗਦਾ ਹੈ। ਉਹਦੇ ਆਇਆਂ ਜਿੰਦ ਆਉਂਦੀ ਹੈ, ਅੰਦਰ ਇੱਕ ਜਾਗਰਤ ਆਉਂਦੀ ਹੈ, ਸਦਾ ਜਾਗਦੀ ਪ੍ਰਤੀਤੀ ਆਉਂਦੀ ਹੈ। ਸੋ ਮਾਂ, ਮੇਰੇ ਅੰਦਰ ਇਹ ਵਰਤੀ। ਮਾਂ, ਵਰਤੀ ਤੇ ਇਹ ਤਾਂ ਚੰਗੀ ਵਰਤੀ, ਸੁੱਖਾਂ ਦੀ ਵਰਤੀ। ਫਿਰ ਹੱਸਦਾ ਕਿਉਂ ਨਹੀਂ? ਲੱਭਾ, ਕੁਝ ਲੱਭਾ, ਸਭ ਤੋਂ ਚੰਗਾ ਲੱਭਾ, ਫਿਰ ਵੈਰਾਗ ਕਿਉਂ? ਸੇਵਾਦਾਸ, ਮਾਂ, ਤੋਖਲਾ ਨਾ ਕਰ। ਮੇਰਾ ਵੈਰਾਗ ਮੇਰਾ ਹੈ, ਇਹ ਦਾਤੇ ਦਾ ਨਹੀਂ। ਦਾਤੇ ਤਾਂ ਸੁੱਖ ਤੇ ਰਸ ਤੇ ਠੰਡ ਤੇ ਉਮਾ ਬਖਸ਼ਿਆ। ਮੈਨੂੰ ਜਦੋਂ ਸਵਾਦ ਆਵੇ ਹਉਕਾ ਘੇਰਦਾ ਹੈ ਕਿ ਹਾਏ, ਮੈਂ ਇੰਨੀ ਉਮਰਾਂ ਐਵੇਂ ਕਿਉਂ ਗਵਾਈ। ਇਹ ਅਰਮਾਨ ਮੇਰੀ ਉਦਾਸੀ ਹੈ। ਮੇਰਾ ਧਿਆਨ ਉਸ ਅੰਦਰ ਬੈਠੇ ਦੇ ਰੰਗ ਵਿੱਚ ਰਹਿਣ ਕਰਕੇ ਮੈਂ ਟਿਕਾਅ ਵਿੱਚ ਹਾਂ। ਉਂਝ ਮੈਂ ਅੱਗੇ ਤੋਂ ਕਿਤੇ ਵਧੇਰੇ ਖੁਸ਼ ਹਾਂ, ਪਰ ਖੁਸ਼ੀ ਦੀ ਕਿਸਮ ਹੋਰ ਹੈ। ਮਾਂ, ਤੇ ਫਿਰ ਪੁੱਤ, ਉਹਨਾਂ ਕਲਿਆਣ ਰੂਪ ਜੀ ਨੇ ਤੁਸਾਂ ਕੀ ਨਾ ਕਿਹਾ? ਲੈ ਕਮੰਡਲ, ਪਾੜ ਕੱਪੜੇ, ਮਲ ਸੁਆ ਤੇ ਬੈਠ ਧੂਣੀ ਰਮਾ ਕੇ। ਇਹ ਸਵਾਦ ਵਿੱਚ ਜਿਵੇਂ ਭਰਥਰੀ ਨੂੰ ਕਿਹਾ ਸੀ ਤੇ ਉਹ ਰੋਂਦੀ ਪਿੰਗਲਾ ਛੱਡ ਕੇ ਸਾਧਨੀ ਹੋ ਕੇ ਨਾਲ ਸੇਵਾ ਕਰਨ ਦੀ ਬੇਨਤੀ ਕਰਨ ਵਾਲੀ ਵਿਲਕਦੀ ਨਾਰ ਨੂੰ ਛੱਡ ਕੇ ਟੁਰ ਗਿਆ ਤੇ ਜਿਵੇਂ ਵਾਸਤੇ ਘੱਤ ਦੀ ਮਹਿਨਾਵਤੀ ਨੂੰ ਲਾਉਂਦਿਆਂ ਤੇ ਰਣਵਾਸ ਦੇ ਸਾਰੇ ਸਮਾਜ ਨੂੰ ਛਾਲਾਂ ਮਾਰ ਮਰਦਿਆਂ ਵੇਖ ਕੇ ਵੀ ਟੁਰ ਗਿਆ ਸੀ ਗੋਪੀ ਚੰਦ। ਸੇਵਾਦਾਸ ਕਾਲਾ ਹੋ ਕੇ, ਨਾ ਮਾਂ, ਉਹ ਆਪ ਗ੍ਰਸਤੀ ਹਨ,
ਪਰਿਵਾਰ ਵਾਲੇ ਹਨ, ਮਾਤਾ ਵਾਲੇ ਹਨ, ਮਾਤਾ ਦਾ ਬੜਾ ਸਤਿਕਾਰ ਕਰਦੇ ਹਨ। ਮਾਂ ਫਿਰ ਜੋਗੀ ਹਨ? ਸੇਵਾਦਾਸ ਬ੍ਰਹਮ ਜੋਗੀ, ਜੋਗੀਆਂ ਦੇ ਪੂਜੇ। ਜੇ ਕੁਫਰ ਨਾ ਹੋਵੇ ਤਾਂ ਮੈਂ ਕਹਾਂਗਾ ਕਿ ਉਹ ਆਪ ਹਨ, ਸਾਰੇ ਅਵਤਾਰਾਂ ਦੇ ਗੁਰੂ ਹਨ, ਉੱਤੋਂ ਧੁਰੋਂ ਆਏ ਹਨ। ਮਾਂ ਕਿਸੇ ਨੂੰ ਨਹੀਂ ਆਖਦੇ ਕਿ ਸਾਧੂ ਹੋ ਜਾਓ। ਸੇਵਾਦਾਸ ਕੋਈ ਤਿਆਗੀ ਆ ਜਾਵੇ ਤਾਂ ਉਸ ਨੂੰ ਵੀ ਤਾਰਦੇ ਹਨ, ਪਰ ਤਿਆਗ ਉਹਨਾਂ ਨੇ ਮਾਰਗ ਨਹੀਂ ਬਣਾਇਆ। ਉਹ ਪ੍ਰਵਾਨ ਗ੍ਰਸਤ ਉਦਾਸ ਦਾ ਮਾਰਗ ਟੋਰ ਰਹੇ ਹਨ। ਗ੍ਰਸਤ ਵਿੱਚ ਪਰਮੇਸ਼ਰ ਮਿਲਾਉਂਦੇ ਹਨ। ਉਂਝ ਵਿਤਕਰਾ ਕੋਈ ਨਹੀਂ ਕਿ ਤਿਆਗੀ ਨੂੰ ਨਹੀਂ ਤਾਰਨਾ, ਤਾਰਦੇ ਸਭ ਨੂੰ ਹਨ, ਪਰ ਗ੍ਰਸਤੀ ਨੂੰ ਤਿਆਗ ਦਾ ਉਪਦੇਸ਼ ਨਹੀਂ ਕਰਦੇ। ਗ੍ਰਸਤ ਨੂੰ, ਪਰਿਵਾਰ ਨੂੰ ਹੀ ਉਹ ਪਰਮੇਸ਼ਰ ਰਸੀਏ ਕਰ ਦਿੰਦੇ ਹਨ। ਮਾਂ ਵਾਹ ਵਾਹ, ਧੰਨ ਬੱਚਾ ਤੇਰੇ ਭਾਗ ਤੇ ਧੰਨ ਸਾਡੇ ਭਾਗ। ਤੁਸੀਂ ਲਾਲ ਜੀ ਉਹਨਾਂ ਦੀ ਮਾਈ ਦਾ ਦਰਸ਼ਨ ਕੀਤਾ ਹੈ, ਉਹ ਮਾਂ ਨੂੰ ਪਿਆਰ ਕਰਦੇ ਹਨ। ਸੇਵਾਦਾਸ ਮੁਸਕਰਾ ਕੇ ਹਾਂ ਮਾਂ ਜੀ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਮਗਰੋਂ ਮਾਂ ਪੁੱਤ ਵਿਛੜੇ। ਪੁੱਤ ਨੇ ਬਾਹਰ ਜਾ ਕੇ ਪਾਠ ਕੀਤਾ, ਅਰਦਾਸ ਕੀਤੀ, ਘਰ ਆਇਆ, ਪ੍ਰਸ਼ਾਦ ਛਕਿਆ ਤੇ ਸੌਂ ਗਿਆ। ਮਾਂ ਵੀ ਰੋਟੀ ਖਾ ਕੇ ਸੌਂ ਗਈ, ਪਰ ਪਹਿਲਾ ਠੋਂਕਾ ਘੰਟੇ ਕੋ ਦੀ ਨੀਂਦ ਦੇ ਮਗਰੋਂ ਖੁੱਲ ਗਿਆ ਤੇ ਫਿਰ ਨੀਂਦ ਨਾ ਪਵੇ। ਪੁੱਤ ਨਾਲ ਕੀਤੇ ਬਚਨ ਅੱਖਾਂ ਅੱਗੇ ਆਉਣ, ਤਿਆਗ ਕੀਤੇ ਬਿਨਾਂ, ਟੱਬਰ ਛੱਡੇ ਬਿਨਾਂ ਜੋਗ। ਐਡੀ ਅਚਰਜ ਗੱਲ ਸੀ ਕਿ ਪੰਡਤਾਣੀ ਇਸ ਨੂੰ ਮੰਨ ਨਹੀਂ ਸਕਦੀ ਸੀ, ਪਰ ਹੁਣ ਸਾਹਮਣੇ ਆਪਣੇ ਪੁੱਤ ਨੂੰ ਵੇਖਦੀ ਸੀ ਤੇ ਪੁੱਤ ਦੇ ਤਾਰਨਹਾਰ ਦੇ ਹਾਲ ਸੁਣਦੀ ਸੀ। ਕਿੰਨਾ ਚਿਰ ਸੋਚਾਂ ਸੋਚ ਕੇ ਉਸ ਦੇ ਮਨ ਨੇ ਐਂ ਵਿਚਾਰਿਆ ਕਿ ਹੁਣ ਕਲਯੁਗ ਹੈ, ਜੀਵਾਂ ਦੇ ਬਲ ਘਟ ਗਏ ਹਨ, ਸਤਿਆ ਤੇ ਸਤ ਦੋਵੇਂ ਨੀਵੇਂ ਹੋ ਗਏ ਹਨ। ਨਾ ਸਰੀਰ ਵਿੱਚ ਤਤਖਿਆ ਦਾ ਬਲ ਹੈ, ਨਾ ਮਨ ਵਿੱਚ ਤਿਆਗ ਲਈ ਕਾਫੀ ਹੱਠ ਹੈ। ਭਗਵਾਨ ਨੇ ਜਗਤ ਦੀ ਕਲਿਆਣ ਕਰਨੀ ਹੋਈ, ਇਸ ਕਰਕੇ ਸੋ ਵਿਸਵਾ ਉਹ ਆਪ ਆਇਆ ਹੈ, ਜੋ ਜੀਵਾਂ ਦਾ ਉਧਾਰ ਕਿਸੇ ਸੌਖੇ ਰਸਤੇ ਕਰੇ। ਗ੍ਰਸਤ ਵਿੱਚ ਉਦਾਸ ਕੋਈ ਨਵਾਂ ਸ਼ਾਸਤਰ ਹੈ, ਨਵਾਂ ਤਰੀਕਾ ਹੈ। ਹਾਂ, ਜੁਗ ਜੁਗ ਦਾ ਅਵਤਾਰ ਹੁੰਦਾ ਆਇਆ ਹੈ, ਕਲਯੁਗ ਦਾ ਅਵਤਾਰ ਨਹੀਂ ਸੀ ਹੋਇਆ। ਹੁਣ ਇਸ ਯੁੱਗ ਦੀ ਲੋੜ ਮੁਜਬ ਆਪ ਆਇਆ ਹੋਣਾ ਹੈ, ਨਹੀਂ ਤਾਂ ਪੁੱਤਰਾਂ, ਧੀਆਂ, ਮਾਵਾਂ, ਭੈਣਾਂ ਵਿੱਚ ਬੈਠਿਆਂ ਆਤਮਾ ਦੀ ਕਲਿਆਣ ਕਿਵੇਂ? ਹਾਂ ਸੱਚੀ, ਬੱਚਾ ਆਖਦਾ ਸੀ ਮੈਂ ਦਰਸ਼ਨ ਕੀਤਾ ਹੈ ਤਾਂ ਮੇਰੇ ਅੰਦਰ ਜਾ ਵਸੇ ਤੇ ਹੁਣ ਤੱਕ ਵਸਦੇ ਹਨ। ਇਹ ਅੰਦਰ ਕੌਣ ਵਸ ਸਕਦਾ ਹੈ? ਇਹ ਪ੍ਰਤੱਖ ਸ਼ਕਤੀ ਹੈ, ਇਹ ਕਰਾਮਾਤ ਹੈ, ਇਹ ਅਵਤਾਰ ਦੀ ਨਿਸ਼ਾਨੀ ਹੈ। ਤਾਰਨਹਾਰ ਠੀਕ ਹੈ, ਭਲਾ ਸੇਵਾਦਾਸ ਐਡਾ ਮਖੌਲੀਆ ਰਾਹ ਜਾਂਦੇ ਨੂੰ ਜੁਗਤ ਕਰੇ। ਇਹ ਕਿਸ ਤੋਂ ਸੱਟ ਖਾਂਦਾ ਸੀ? ਸੱਟ ਵੀ ਕਈ ਖਾਦੀ ਸੂ। ਮੇਰਾ ਦੁਲਾਰਾ, ਵੋਟੀ ਦਾ ਪਿਆਰਾ, ਬਾਲਾਂ ਦਾ ਪ੍ਰੇਮੀ ਕਿਸ ਤਰ੍ਹਾਂ ਆਪਣੇ ਧਿਆਨ ਮਗਨ ਰਹਿੰਦਾ ਹੈ। ਅਸੀਂ ਜਾਂ ਤਾਂ ਦੁਖੀ ਹੈ, ਉਦਾਸ ਹੈ, ਪਰ ਉਹ ਅੰਦਰੋਂ ਲਾਲ ਗੁਲਾਲ ਸੀ। ਵਾਹ ਵਾਹ ਮੇਰੇ ਲਾਲ, ਤੂੰ ਠੀਕ ਠੋਕਰ ਖਾਦੀ। ਕਿਸੇ ਨੂੰ ਮਖੌਲ ਕੀਤਾ, ਸਿਪਾਹੀਜ਼ਾਦੇ ਨੂੰ। ਮਖੌਲੋਂ ਦ੍ਰੋਪਦੀ ਮਾਰੀ ਗਈ, ਪਰ ਤੂੰ ਤਰ ਗਿਆ। ਸਿਪਾਹੀ ਜੋਗੀ ਹੋ, ਕੁਸ਼ਲ ਜੋਗੀ ਜਿਸਨੇ ਮਖੌਲ ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ। ਵਾਹ ਵਾਹ ਭਾਗ ਹੋਏ। ਜੇ ਪੁੱਤ ਘਰੋਂ ਨਾ ਟੁਰ ਜਾਏ ਤੇ ਜੋ ਕਮਾਏ ਤਾਂ ਮੈਂ ਕਿਉਂ ਉਧਰਾਂ? ਖੁਸ਼ ਨਾ ਹੋਵਾਂ, ਸ਼ੁਕਰ ਨਾ ਕਰਾਂ? ਅੱਜ ਮੈਂ ਨਾਮੰਤੀ ਹੁੰਦੀ, ਕਿਉਂ ਰੋ ਰੋ ਮਰਦੀ? ਪੁੱਤ ਨੂੰ ਤਖਤ ਤੇ ਬੈਠਾ ਜੋ ਕਮਾਂਦਾ ਵੇਖਦੀ, ਪਰ ਜੁਗਾਂ ਦੇ ਧਰਮ। ਹਾਂ, ਪਿੰਗਲਾ ਕਿਉਂ ਰੋ ਰੋ ਮਰਦੀ? ਕਿਉਂ ਨਾ ਭਰਥਰੀ ਰਾਜ ਕਮਾਂਦਾ ਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭੋਜਨ ਵਿੱਚ ਲਾਂਦਾ, ਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭਜਨ ਵਿੱਚ ਲਾਂਦਾ। ਵੇਖਾਂ, ਅਸੀਂ ਸੋ ਗਏ ਹਾਂ, ਪੁੱਤ ਸੌਂ ਗਿਆ ਹੈ, ਅੱਧੀ ਰਾਤ ਬੀਤੀ ਹੈ। ਵੇਖੋ, ਲਾਲ ਖੁੰਭ ਵਾਂਗੂ ਉੱਠ ਬੈਠਾ ਹੈ, ਆਪਣੇ ਮੰਜੇ ਤੇ ਹੀ ਆਸਨ ਲਾਏ ਧਿਆਨ ਮਗਨ ਹੈ। ਪਿੰਗਲਾ ਆਖਦੀ ਸੀ, ਬਾਗ ਵਿੱਚ ਬੰਗਲਾ ਪਵਾ ਦੇਂਦੀ ਹਾਂ, ਤੂੰ ਜੋਗ ਕਮਾ, ਮੈਂ ਦਰਸ਼ਨ ਕਰਾਂ। ਪਰ ਭਰਥਰੀ ਆਖੇ, ਜੋਗ ਹੋ ਹੀ ਨਹੀਂ ਸਕਦਾ।
ਦੇਖੋ ਮੇਰੀ ਕਰਮਾਂ ਵਾਲੀ ਨੂੰਹ ਦਾ ਪਤੀ ਕਿਸ ਤਰ੍ਹਾਂ ਸਾਨੂੰ ਸੁੱਤਾ ਜਾਣ ਕੇ ਘਰ ਨੂੰ ਬੰਨ ਬਣਾ ਬੈਠਾ ਹੈ। ਹੁਣ ਘਰ ਬੰਨ ਹੈ, ਸਾਰੇ ਸੁੱਤੇ ਪਏ ਹਨ। ਸੁੱਤਾ ਮੋਇਆ ਇੱਕ ਬਰਾਬਰ ਹੈ। ਘਰ ਨੂੰ ਉਜਾੜ ਵੇਖ ਕੇ ਮੇਰਾ ਲਾਲ ਬਨਵਾਸੀ ਰਿਖੀ ਸਮਾਨ ਕਿਸ ਤਰ੍ਹਾਂ ਆਸਣ ਲਾ ਬੈਠਾ ਹੈ। ਸੱਚਮੁੱਚ ਇਹ ਮਾਰਗ ਨਵਾਂ ਹੈ, ਚੰਗਾ ਹੈ ਤੇ ਸੋਹਣਾ ਹੈ। ਵਿਛੋੜੇ ਦੇ ਸਲ ਤਾਂ ਨਹੀਂ ਸਹਿਣੇ ਪੈਂਦੇ। ਹਾਂ ਹੇ ਮੇਰੇ ਮਨ, ਸ਼ੁਕਰ ਹੈ ਲਾਲ ਨਹੀਂ ਵਿਛੜੇਗਾ, ਪਰ ਤੂੰ ਤਾਂ ਵਿਛੜਨਾ ਹੈ। ਤੂੰ ਬਿਰਧ ਹੈ, ਮਰਨ ਕਿਨਾਰੇ ਹੈ। ਮਰ ਕੇ ਤਾਂ ਵਿਛੜ ਸੇ, ਰੋ ਕੇ ਹਾਏ ਮੈਂ ਆਪਣੇ ਪਿਆਰੇ ਪੁੱਤ ਤੋਂ ਨਾ ਵਿਛੜ ਸਾਂ। ਹਾਏ ਮੈਂ ਕੀ ਕਰਾਂ, ਉਮਰਾਂ ਨਹੀਂ ਵੱਧ ਸਕਦੀ। ਸਦਾ ਦਾ ਇਹ ਜੀਉਣਾ ਹੀ ਨਹੀਂ, ਤਾਂ ਤੇ ਮਰਨਾ ਹੈ। ਮਰ ਕੇ ਅੱਗੇ ਕੀ ਹੈ ਪਤਾ ਨਹੀਂ। ਲੇਖਾ ਦੇਣਾ ਹੈ, ਕਰਮ ਚੰਗੇ ਨਹੀਂ। ਮੋਹ ਮਾਇਆ ਦਾ ਜਾਲ ਹੈ, ਮੈਂ ਫਸੀ ਪਈ ਹਾਂ। ਕਿਵੇਂ ਛੁੱਟਾਂ, ਡੋਬ ਪੈ ਗਿਆ। ਜਾਗ ਕੇ ਮੈਂ ਕਿਉਂ ਭੁੱਲੀ ਫਿਰਦੀ ਹਾਂ। ਮੇਰੇ ਤਾਂ ਘਰ ਵਿੱਚ ਗੰਗਾ ਆ ਗਈ। ਜਦੋਂ ਪੁੱਤ ਨੂੰ ਕੋਈ ਦਾਤਾ ਮਿਲ ਪਿਆ ਹੈ ਜੋ ਗ੍ਰਸਤ ਵਿੱਚ ਨਿਰਵਾਨ ਕਰਦਾ ਹੈ, ਤਾਂ ਮੇਰੇ ਪੁਰ ਵੀ ਤਰੁੱਟ ਸਕਦਾ ਹੈ। ਕਿਉਂ ਨਹੀਂ ਤਰੁੱਟ ਸਕਦਾ ਹੈ, ਜਦ ਉਹ ਆਪੇ ਹੈ ਤੇ ਬਿਰਧ ਹੈ ਤਾਰਨਹਾਰ। ਕਲਿਆਣ ਅਸਾਂ ਜੀਵਾਂ ਦੀ, ਤਦ ਫਿਰ ਮੈਂ ਜਿਹੀ ਵੀ ਤਰ ਸਕੇਗੀ। ਮੈਂ ਸਵੇਰੇ ਲਾਲ ਨਾਲ ਗੱਲਾਂ ਕਰਾਂ, ਜੇ ਮੇਰਾ ਵੀ ਕੁਝ ਬਣ ਸਕੇ। ਮੇਰੇ ਅੰਦਰ ਮੋਹ ਤਾਂ ਅਗਲਾ ਹੈ, ਪਾਉ ਬਹੁਤਾ ਹੈ, ਡਾਢਾ ਡੂੰਘਾ ਹੈ। ਮੇਰਾ ਵੀ ਛੁੱਟ ਸਕਸੀ, ਕੀ ਜਾਣੀਏ ਖਬਰੇ। ਪਰ ਅਵਤਾਰ ਅੱਗੇ ਕੀ ਔਖ ਹੈ, ਜੋ ਚਾਹੇ ਕਰ ਸਕੇ। ਹੋਇਆ ਜੋ ਅਵਤਾਰ, ਚੰਗਾ ਹੁਲਾਰਾ ਖਾ ਕੇ ਕੀ ਜਾਣੀਏ ਅੰਤ ਵੇਲੇ ਮੈਂ ਵੀ ਤਰ ਜਾਣਾ ਹੋਵੇ। ਅਸਮਾਨ ਦੇ ਤਾਰੇ ਕਿਹੇ ਸੋਹਣੇ ਹਨ, ਨੀਲ ਕਿਹਾ ਨਿਤਰਦਾ ਹੈ। ਅੰਦਰੋਂ ਝੀਤਾਂ ਵਿੱਚੋਂ ਕਿਹੀ ਝਲਕ ਸੋਹਣੀ ਪੈਂਦੀ ਹੈ। ਅੱਛਾ ਮਨ, ਉਤਾਵਲਾ ਨਾ ਹੋ ਦਿਨ ਚੜ੍ਹਨ ਦੇ। ਇਹਨੇ ਨੂੰ ਸੇਵਾਦਾਸ ਉੱਡ ਬੈਠਾ। ਕੁਝ ਪੜ੍ਹਦੇ ਇਸ਼ਨਾਨ ਕੀਤੋਸ, ਫਿਰ ਜਪਦਾ ਬੈਠ ਗਿਆ। ਇੱਧਰ ਬੁੱਢੀ ਮਾਈ ਨੂੰ ਨੀਂਦ ਨੇ ਕੁੱਟ ਲਿਆ। ਦਿਨ ਚੜ੍ਹਿਆ, ਸੇਵਾਦਾਸ ਕਾਰੇ ਗਿਆ। ਜਦੋਂ ਵਿਹਲਾ ਹੋ ਕੇ ਘਰ ਰੋਟੀ ਖਾਣ ਆਇਆ ਤਾਂ ਮਾਂ ਪਾਸ ਆ ਬੈਠੀ। ਬੱਚਾ ਲਾਲ ਮੇਰੇ, ਚਿੱਤ ਸੁਖੀ ਹੈ। ਪੁੱਤ ਹਾਂ ਮਾਂ ਮੈਂ ਸੁਖੀ ਹਾਂ। ਮਾਂ ਅੱਜ ਕੁਝ ਉਦਾਸੀ ਵੀ ਘੱਟ ਹੈ। ਪੁੱਤ ਹਾਂ ਮਾਂ ਅੱਜ ਚਿੱਤ ਚਰਨਾਂ ਕਮਲਾਂ ਵਿੱਚ ਲੱਗਾ ਰਿਹਾ ਹੈ। ਮਾਂ ਲਾਲ ਉਹ ਦਾਤਾ ਜੀ ਜੋ ਤੈਨੂੰ ਮਿਲੇ ਹਨ, ਸਭ ਦਾ ਕਲਿਆਣ ਕਰਦੇ ਹਨ। ਪੁੱਤ ਹਾਂ ਮਾਂ। ਮਾਂ ਮਰਦਾਂ ਦਾ ਕਿ ਤ੍ਰੀਮਤਾਂ ਦਾ ਵੀ। ਪੁੱਤ ਸਭ ਦਾ। ਮਾਂ ਤ੍ਰੀਮਤਾਂ ਨੂੰ ਤਾਂ ਸਾਡੇ ਬ੍ਰਾਹਮਣ ਮੰਤਰ ਵੀ ਨਹੀਂ ਦਿੰਦੇ। ਪੁੱਤ ਉਹ ਵਿਤਕਰਾ ਜਾਣਦੇ ਹੀ ਨਹੀਂ। ਮਰਦ ਤ੍ਰੀਮਤ ਸਭ ਨੂੰ ਪਰਮੇਸ਼ਰ ਦੀ ਚਰਨੀ ਲਾਉਂਦੇ ਹਨ। ਮਾਂ ਤੇ ਬੁੱਢਿਆਂ ਠੇਰਿਆਂ ਦੀ ਵੀ। ਪੁੱਤ ਹਾਂ ਮਾਂ ਉਹ ਆਖਦੇ ਹਨ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਮਾਂ ਸ਼ੁਕਰ ਹੈ, ਸ਼ੁਕਰ ਹੈ। ਪੁੱਤ ਅੰਮਾ ਕੀ ਗੱਲ ਹੈ। ਮਾਂ ਬੱਚਾ ਇਤਨੇ ਦਿਨ ਤਾਂ ਮੈਨੂੰ ਇਸ ਤੋਖਲੇ ਖਾਦਾ ਕਿ ਤੇਰੇ ਤੌਰ ਬਦਲ ਚੁੱਕੇ ਹਨ। ਕੋਈ ਕਾਰੀ ਤੀਰ ਲੱਗ ਗਿਆ ਹੈ। ਤੂੰ ਕਿਸੇ ਵੇਲੇ ਮੇਰੇ ਨਾਲ ਮੈਨਾਵਤੀ ਵਾਲਾ ਹਾਲ ਕਰਨਾ ਹੈ। ਪਰ ਕੱਲ ਦੀਆਂ ਗੱਲਾਂ ਤੋਂ ਮਗਰੋਂ ਇਧਰੋਂ ਠੰਡ ਪਈ ਪਰ ਹੋਰ ਲੱਗ ਉੱਠੀ, ਤੇ ਉਹ ਇਹ ਹੈ ਕਿ ਮੈਂ ਬਿਰਧ ਹਾਂ ਤੇ ਮਰਨ ਕਿਨਾਰੇ ਹਾਂ। ਮੈਂ ਮਰ ਕੇ ਲਾਲ ਤੋਂ ਵਿਛੜ ਜਾਸਾਂ, ਜਿਸ ਵਿਜੋਗ ਰਾਤੀ ਨੀਂਦ ਨਹੀਂ ਪੈਣ ਦਿੱਤੀ। ਕਈ ਤੰਦਣ ਤਾਣ ਸੋਚਦੀ ਨੂੰ ਛੇਕੜ ਇਸ ਗੱਲ ਧਿਆਨ ਬਣਾ ਦਿੱਤਾ ਕਿ ਖਬਰੇ ਤੇਰੇ ਦਾਤਾ ਜੀ ਮੇਰਾ ਮੋਹ ਮਾਇਆ ਦਾ ਜਾਲ ਕੱਟ ਦੇਣ ਤਾਂ ਮੈਂ ਵੀ ਬੀਤਰਾਗ ਹੋ ਮਰਾਂ। ਇਸ ਕਰਕੇ ਪੁੱਛਿਆ ਸੀ ਕਿ ਕਿਤੇ ਮੈਂ ਬੇਲੋੜੀ ਦੀ ਵੀ ਠੌਰ ਹੈ। ਪੁੱਤ ਅੱਖਾਂ ਮੀਟ ਕੇ ਫਿਰ ਖੋਲ ਕੇ, ਅੰਮਾ ਮੋਹ ਮਾਇਆ ਸੁੰਝ ਨਾਲ ਨਹੀਂ ਟੁੱਟਦੀ। ਮੋਹ ਮਮਤਾ ਤਾਂ ਸਾਡੇ ਆਪੇ ਦੀ ਕੋਈ ਤਾਕਤ ਹੈ ਜੋ ਬੇਟਿਕਾਣੇ ਲੱਗ ਰਹੀ ਹੈ।
ਇਸ ਨੂੰ ਟਿਕਾਣੇ ਲਾਇਆ ਇਹ ਮਰਦੀ ਹੈ। ਨਹੀਂ, ਇਹ ਮਰਦੀ ਨਹੀਂ, ਇਹ ਕਾਇਆ ਪਲਟਦੀ ਹੈ, ਰੂਪ ਵਟਾਂਦੀ ਹੈ। ਪਿਆਰ ਹੋ, ਪਿਆਰ ਪ੍ਰੇਮ ਬਣ ਜਾਂਦੀ ਹੈ। ਪ੍ਰੇਮ ਸਾਡਾ ਆਪਾ ਹੈ, ਪ੍ਰੇਮ ਵਾਹਿਗੁਰੂ ਹੈ। ਪ੍ਰੇਮ ਵਿਚਲੀ ਡੋਰ ਹੈ ਜੋ ਵਿਛੜੇ ਮੇਲਦੀ ਹੈ। ਸੋ ਉਹ ਦਾਤਾ ਪ੍ਰੇਮ ਹੈ, ਪ੍ਰੇਮ ਦਾਤ ਕਰਦਾ ਹੈ। ਉਹਨਾਂ ਦੇ ਚਰਨਾਂ ਨਾਲ ਪ੍ਰੇਮ ਲਾਓ। ਮੋਹ ਮਮਤਾ ਆਪੇ ਕੱਟੀ ਗਈ। ਇਹ ਮੋਹ ਜਦ ਮੈਂ ਮੇਰੀ ਨੂੰ ਲੈ ਕੇ, ਗਰਜ਼ਾਂ ਨੂੰ ਲੈ ਕੇ, ਆਪਣਤਾਂ ਪਾ ਕੇ ਕਿਤੇ ਲੱਗ ਜਾਂਦਾ ਹੈ ਤਾਂ ਜਿੱਥੇ ਲੱਗਦਾ ਹੈ ਉਹਨਾਂ ਵਿੱਚ ਫਸਾ ਦਿੰਦਾ ਹੈ। ਤੇ ਜੇ ਇਹੋ ਮਾਲਕ ਪਰਮੇਸ਼ਰ ਵਿੱਚ ਲੱਗੇ ਤਾਂ ਸਭ ਥਾਂ ਤੋੜ ਦਿੰਦਾ ਹੈ। ਸਾਈਂ ਵਿੱਚ ਲੱਗਣਾ ਸਾਰੇ ਹੋਰ ਥਾਵਾਂ ਤੋਂ ਤਰੁੱਟ ਜਾਣਾ ਹੈ। ਮਾਂ ਵਾਰੀ ਲਾਲਵੇ ਫਿਰ ਸਮਝਾਵੇਂ ਨਾ। ਪੁੱਤ, ਮਾਂ ਜੀ, ਰੱਬ ਵਾਹਿਗੁਰੂ ਪਰਮੇਸ਼ਰ ਸਾਡਾ ਪਿਤਾ ਹੈ। ਅਸੀਂ ਪੁੱਤਰ ਹਾਂ। ਉਸ ਨੂੰ ਵਿਸਾਰ ਕੇ ਜਗਤ ਵਿੱਚ ਰੁੱਝ ਗਏ ਹਾਂ। ਇਹ ਰੱਬ ਨੂੰ ਵਿਸਾਰ ਕੇ ਜਗਤ ਵਿੱਚ ਰੁੱਝਣਾ ਮੋਹ ਹੈ। ਅਸੀਂ ਵਿਸਾਰੇ ਨੂੰ ਛੱਡ ਕੇ ਰੱਬ ਦੀ ਯਾਦ ਵਿੱਚ ਲੱਗੀਏ। ਇਹ ਰੱਬ ਦੀ ਯਾਦ, ਰੱਬ ਦਾ ਪਿਆਰ ਹੈ। ਜੋ ਯਾਦ ਕਰਦਾ ਹੈ ਸੋ ਯਾਦ ਕਰਦਾ ਕਰਦਾ ਪ੍ਰੇਮੀ ਹੋ ਜਾਂਦਾ ਹੈ। ਜੋ ਰੱਬ ਦਾ ਪ੍ਰੇਮੀ ਹੈ ਸੋ ਹੋਰ ਕਿਸੇ ਜਗਤ ਜੁਗਤ ਦਾ ਪ੍ਰੇਮੀ ਨਹੀਂ ਰਹਿ ਜਾਂਦਾ। ਮਾਂ, ਠੀਕ, ਹੁਣ ਮੈਂ ਸਮਝੀ। 40 ਸੇਰੀ ਗੱਲ ਆਖੀਆ। ਪੁੱਤ, ਪਰ ਇਹ ਮਾਂ ਮਿਹਰ ਹੈ ਦਾਤੇ ਦੀ। ਮਾਂ, ਫਿਰ ਮੈਂ ਕਿਵੇਂ ਕਰਾਂ? ਮੇਰੇ ਤੇ ਵੀ ਮਿਹਰ ਕਰਾ। ਲੈ ਚੱਲ। ਪੁੱਤ, ਮੈਂ ਲੈ ਚੱਲਦਾ ਹਾਂ, ਪਰ ਸਿਹਾਂ ਕੋਹਾਂ ਦਾ ਪੰਧ ਹੈ। ਰਸਤੇ ਵਿਖੜੇ ਹਨ। ਤੁਸਾਡੀ ਉਮਰਾਂ ਡਾਢੀ ਬਿਰਧ ਹੈ। ਸਰੀਰ ਸਫ਼ਰ ਦੀ ਖੇਚਲ ਝੱਲਣ ਨਹੀਂ ਲੱਗਾ। ਕਿਤੇ ਉਹ ਨਾ ਹੋਵੇ ਮੈਂ ਘਰੋਂ ਲੈ ਟੁਰਾਂ ਤੇ ਤੁਹਾਡਾ ਸਰੀਰ ਰਸਤੇ ਵਿੱਚ ਦੁੱਖ ਨਾ ਚੱਲ ਸਕੇ ਤੇ ਬਿਨ ਮਿਲੇ ਹੀ ਟੁਰ ਜਾਏ। ਮਾਂ ਰੋ ਕੇ, ਫਿਰ ਮੈਂ ਕਿਵੇਂ ਕਰਾਂ? ਲਾਲ ਜੀ, ਮੇਰੇ ਆਪਣੇ ਅੰਦਰ ਬੜੀ ਲਾਲਸਾ ਲੱਗ ਪਈ ਹੈ ਚਰਨ ਪਰਸਨ ਦੀ। ਪੁੱਤ, ਤੁਸੀਂ ਇੱਥੇ ਘਰ ਬੈਠੇ ਹੀ ਆਰਾਧਨਾ ਕਰੋ। ਉਹ ਘਟ ਘਟ ਦੀ ਜਾਣਨਹਾਰ ਹਨ। ਦਿਲਾਂ ਦੇ ਪਿਆਰ ਨੂੰ ਸਮਝ ਜਾਂਦੇ ਹਨ। ਪਿਆਰ ਝਰਨਾਟਾਂ ਅੱਗੇ ਝਰਨਾਟ ਖਾ ਜਾਂਦੇ ਹਨ ਤੇ ਤਰੁੱਟ ਕੇ ਪਿਰਮ ਰਸਾਂ ਦਾ ਦਾਨ ਦੇ ਦਿੰਦੇ ਹਨ। ਉਹਨਾਂ ਦੇ ਸਦਾ ਜਾਗਦੇ ਮਨ ਨੂੰ ਦੇਸ਼ ਕਾਲ ਦੀ ਕੈਦ ਬੰਦੀ ਨਹੀਂ, ਹੱਦ ਬੰਨੇ ਰੋਕਦੀ ਨਹੀਂ। ਜੇ ਤੁਹਾਡੀ ਆਰਾਧਨਾ ਸੱਚ ਦੀ ਹੋਊ ਤਾਂ ਇੱਥੇ ਬੈਠਿਆਂ ਮੇਰਾਂ ਦੇ ਸਾਈਂ ਮਿਹਰ ਕਰ ਦੇਣਗੇ। ਇਸ ਤਰ੍ਹਾਂ ਦੀ ਗੱਲਬਾਤ ਦੇ ਮਗਰੋਂ ਸੇਵਾਦਾਸ ਦਾ ਘਰ ਵਿੱਚ ਸਿੱਖੀ ਤੋਰਾ ਖੁੱਲ੍ਹਾ ਹੋ ਗਿਆ। ਘਰ ਸਿੱਖਾਂ ਦਾ ਪ੍ਰਸ਼ਾਦ ਕਰਨਾ, ਕੜਾ ਪ੍ਰਸ਼ਾਦ ਕਰਾਉਣਾ, ਸੰਗਰਾਂਦ, ਮੱਸਿਆ, ਗੁਰਪੁਰਬ ਨੂੰ ਕਦੇ ਇਹਨਾਂ ਦੇ ਘਰ, ਕਦੇ ਕਿਸੇ ਸਿੱਖ ਦੇ ਘਰ ਜੋੜ ਮੇਲਾ ਹੋਣਾ। ਉੱਥੇ ਮਾਈ ਨੇ ਪੁੱਤਰ ਨਾਲ ਸੇਵਾ ਵਿੱਚ ਸ਼ਾਮਲ ਹੋਣਾ। ਘਰ ਵਿੱਚ ਬਾਣੀ ਦਾ ਪਾਠ ਕੀਰਤਨ ਵੀ ਖੁੱਲ੍ਹਾ ਹੋਣ ਲੱਗ ਪਿਆ। ਮਾਈ ਨੇ ਵੀ ਜਪ ਸਾਹਿਬ ਕੰਠ ਕੀਤਾ ਤੇ ਪਾਠ ਆਰੰਭ ਦਿੱਤਾ। ਦਿਨ ਦਿਨ ਇਸ ਤਰ੍ਹਾਂ ਸਤਸੰਗ ਹੋਣ ਲੱਗੇ। ਜਿਉਂ-ਜਿਉਂ ਮਾਈ ਨੂੰ ਬਾਣੀ, ਕੀਰਤਨ, ਸਤਸੰਗ ਦੇ ਰੰਗ ਅੰਤਰਾਤਮੇ ਸੁਖ ਦੇਣ ਲੱਗੇ ਤੇ ਗੁਰਦਰਸ਼ਨਾਂ ਦੀ ਤਾਂਘ ਵਧਣ ਲੱਗੀ। ਆਪਣੇ ਸਰੀਰ ਦਾ ਬੁਢੇਪਾ ਤੇ ਕਮਜ਼ੋਰੀ ਵੱਲੋਂ ਉਹ ਜਾਣਦੀ ਸੀ ਕਿ ਮੈਂ ਅਪੜ ਕੇ ਦਰਸ਼ਨ ਨਹੀਂ ਕਰ ਸਕਦੀ ਤੇ ਬਾਣੀ ਭਜਨ ਪਾਠ ਕਰਕੇ ਉਹ ਆਪਣੇ ਮਨ ਦੇ ਟਿਕਾਣੇ ਤੋਂ ਆਤਮ ਸੁਖ ਦੀ ਪ੍ਰਾਪਤੀ ਵੀ ਜਾਣਦੀ ਸੀ। ਪਰ ਜਗਤ ਵਿੱਚ ਆਏ ਪ੍ਰਤੱਖ ਅੱਖਾਂ ਨਾਲ ਦਿਸ ਪੈਣ ਵਾਲੀ ਸੂਰਤ ਵਿੱਚ ਵਿਚਰਦੇ ਸਰੂਪ ਦੇ ਦਰਸ਼ਨਾਂ ਦੀ ਕਾਮਨਾ ਕਿਵੇਂ ਵੀ ਮਿਟ ਨਹੀਂ ਸਕਦੀ ਸੀ। ਮਾਈ ਸਤਸੰਗ ਵਿੱਚ ਜਾਂਦੀ, ਸੰਗਤ ਦੇ ਦੀਦਾਰ ਵਿੱਚ ਗੁਰੂ ਦਾ ਦੀਦਾਰ ਸੁਣਦੀ, ਸ਼ਰਧਾ ਧਾਰ ਕੇ ਵੇਖਦੀ, ਪਰ ਉਸ ਖੜਕਧਾਰੀ ਤਾਰਨਹਾਰ ਮੂਰਤੀ ਦੇ ਦਰਸ਼ਨਾਂ ਦੀ ਸਿੱਕ ਨਾ ਮਿਟਦੀ। ਇਸ ਸਿੱਕ ਦੇ ਕਾਰਨ ਅਕਸਰ ਗੁਰਮੁਖਾਂ, ਗੁਰਸਿੱਖਾਂ ਤੇ ਸਿੱਖਣੀਆਂ ਤੋਂ ਜਿਨ੍ਹਾਂ ਦਰਸ਼ਨ ਕੀਤੇ ਸਨ, ਗੁਰੂ ਜੀ ਦੇ ਗੁਣ ਸੁਭਾਅ ਪੁੱਛਦੀ ਤੇ ਗੱਲਾਂ ਵਿੱਚ ਜਦ ਕਦੇ ਉਹਨਾਂ ਦੇ ਪਤਿਤ ਪਾਵਨ ਤੇ ਭਗਤਾਂ ਦੇ ਪ੍ਰੇਮੀ ਹੋਣ ਦਾ ਗੁਣ ਸੁਣਦੀ ਤਾਂ ਉਸ ਦੇ ਅੰਦਰ ਨਿਰਾਸ਼ਾ ਦੇ ਮੰਡਲ ਵਿੱਚੋਂ ਇੱਕ ਆਸ ਚਮਕ ਉੱਠਦੀ ਕਿ ਭਾਵੇਂ ਮੈਂ ਨਿਰਬਲ ਹਾਂ, ਗਰੀਬ ਹਾਂ, ਨਿਤਾਣੀ ਹਾਂ, ਪਰ ਉਹਨਾਂ ਦਾ ਬਿਰਤ ਦਾ ਪਾਲਣਹਾਰ ਹੈ ਜੋ ਮੈਂ ਜਿਹੀ ਤੇ ਵੀ
त्रुट पैण तां की अचरज है। पहले पहल तां ये इच्छा ये चाह उठे तां अंदरला आपे शर्म खा के कहे तू गुरु गुरु जपी चल, क्यों वितों वध आसा धारना है। पर ज्यों ज्यों सिख दे मन नूं समां बीते सिख वधदी जांदी है ते आसा मजबूत हुंदी जांदी है। माई दा प्रेम ते दर्शनां दी तांग वधदी गई। जदों सुने कि भीलणी वर्गियां नीच जातियां करूप त्यागियां दुखियां नूं मन दी मुराद मिली सी, तदों आखे कि कोई अचरज नहीं कि मेरे थले लै गए नैण भी दर्शन पा लैण। प्रेमी आखदे हन बावरा हुंदा है, पर यह गल ठीक नहीं, क्योंकि हर बावरा प्रेमी नहीं होंदा। प्रेमी दा बावरापन अकलमंदी होंदी है जो लोकां नूं समझ विच नहीं आउंदी। वो अपनी धुन विच हुंदा है, धुन दा पक्का हुंदा है ते धुन दी सिद्धि लई सब कुछ करदा है। लोकां दे हिसाब किताब तो परे हुंदा है, इसलिए प्रेमी नूं बावरा कहंदे हन। सो माई कुछ बावरी हो गई, रूह खरीद ले आई, बुढ़े बारे कत्तण तुंबण लगी है। पर माई कत्तण तुंबण नहीं लगी, उसने अपनी याद दा आसरा गुण गाउण दा वसीला प्यार करन दा अनोखा अभ्यास लभा है। सारा दिन इस आहारे लगी गुरु गुरु जपदी रहंदी है। ध्यान दी सारी ताकत इउं गुरु चरनां विच लगी रहंदी है। पर माई सोचां विच नहीं, वो प्रेम दे तरंग विच ये बिना समझे कर रही है। समझे तां बावरी कादी, ते जे जो कुछ करदी है वो निरार्थक होवे तां माई प्रेमण कादी, फिर निरी बावली। माई हर रोज इस आहरे लग रही है। सारा दिन कत कत नलियां उतारदी है, सारा दिन गुरु गुरु जपदी है, विच विच आराधना करदी अरदासे विच गुम हो जांदी है ते दिल ही दिल आखदी है, हे प्रभु मैं बिरदा बहु होई, नहीं समर्थ गमन के कोई, पंथ पहारन को बहु दूर, ऊंच नीच थल लखियत पूर। नाहे त मैं अमृतसर आवत, निज कर सो अंबर पहरावत, शक्तहीन किम गमनो स्वामी, सब कट व्यापक अंतरजामी। गुरु रू प्यारी साध संगत जी, इस लिखत ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।